ਸਾਡੀ रूह तृप्त होगी। बिजनेस का एको ही जरिया ਆਪਾਂ ਨੂੰ ਇਹਦੇ ਵਿੱਚ ਕੁਛ ਨਾ ਕੁਛ ਆਪਾਂ ਨੂੰ ਸੇਲ ਕਰਨਾ ਪਊਗਾ। ਸਾਰਿਆਂ ਨੂੰ ਦੱਸਦਾ ਇਹਦਾ ਬੈਨੀਫਿਟ ਕੀ ਹੈ, ਇਹਦਾ ਬੋਡੀ ਤੇ ਕੀ ਰਿਐਕਸ਼ਨ ਹੈ। ਨੋਨੀ ਦਾ ਮਤਲਬ ਇਹ ਹੈਗਾ नो ऑपरेशन नो इंजैक्शन। ਜਿਹੜਾ ਬੰਦਾ ਉਹਦੀ ਇੱਕ ਵਾਰੀ ਜ਼ਿੰਦਗੀ 'ਚ ਨੋਨੀ ਨੂੰ ਲੈ ਆਊਗਾ ਉਹਨੂੰ ਕਿਸੇ ਵੀ ਡਾਕਟਰ ਦੀ ਕਦੇ ਲੋੜ ਨਹੀਂ ਪਊਗੀ। ਇਹ ਮੇਰਾ ਤਜਰਬਾ ਹੈ। ਪਰ ਉਹਦੇ ਨਾਲ ਆਪਾਂ ਨੂੰ ਬਿਜ਼ਨਸ ਚਾਹੀਦਾ। ਇਹ ਸਾਰੀਆਂ ਗੱਲਾਂ ਹੋ ਚੁੱਕੀਆਂ। ਆਪਾਂ ਤੁਹਾਨੂੰ ਬਿਜ਼ਨਸ ਐਕਸਪਲੇਨ ਕਰ ਦਿੰਦਾ ਮੈਂ ਜਿੰਨਾ ਕੁ ਸਮਝ ਆਇਆ। ਉਸ ਤੋਂ ਬਾਅਦ 'ਚ ਆਪਾਂ ਬੈਠ ਕੇ ਜੇ ਕਿਸੇ ਨੂੰ ਨਹੀਂ ਸਮਝ ਆਇਆ ਆਪਣੇ ਕੋਈ ਵੀ ਕੁਐਸਚਨ ਹੋਵੇ ਲਾਈਵ ਵੀ ਪੁੱਛ ਸਕਦੇ ਹੋ, ਉਹਦੇ ਜਵਾਬ ਮਿਲਣਗੇ। ਜੇ ਨਹੀਂ ਕੋਈ ਸਮਝ ਆਪਾਂ ਟੇਬਲ ਤੇ ਬੈਠ ਕੇ ਉਹਦੀ ਗੱਲ ਕਰਾਂਗੇ। ਜੇ ਕੋਈ ਬੰਦਾ ਇੰਟਰਸਟਡ ਹੈਗਾ, ਜਿਹੜਾ ਬੰਦਾ ਇੰਟਰਸਟਡ ਨਹੀਂ ਹੋਊਗਾ ਉਹ ਸਵਾਲ ਜਵਾਬ ਕਰੂਗਾ ਹੀ ਨਹੀਂ। ਠੀਕ ਹੈ ਜੀ, ਚਲੋ ਆਪਾਂ ਸਟਾਰਟ ਕਰਦੇ ਹਾਂ ਬਹੁਤਾ ਟਾਈਮ ਨਾ ਲੈਂਦੇ ਹੋਏ। ਕੱਪੜਾ ਦੇ ਜੀ ਸਭ ਤੋਂ ਪਹਿਲਾਂ ਕੰਪਨੀ ਦਾ ਨਾਮ ਯਸ਼ਵੇਜ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ। ਠੀਕ ਹੈ ਜੀ, ਇਹ ਗੁਜਰਾਤ ਅਹਿਮਦਾਬਾਦ ਦਾ ਗਰੁੱਪ ਹੈ। ਅਪੋਲੋ ਨੋਨੀ ਗਰੁੱਪ ਬਾਰੇ ਤੁਸੀਂ ਸੁਣਿਆ ਹੋਊਗਾ ਸਾਰਿਆਂ ਨੇ। ਪਿਛਲੇ 17 ਸਾਲ ਤੋਂ ਮੈਨੂਫੈਕਚਰਿੰਗ ਕਰਕੇ 20 ਕੰਟਰੀਆਂ ਦੇ ਵਿੱਚ ਐਕਸਪੋਰਟ ਕਰ ਰਹੇ ਆ। ਇਹਨਾਂ ਦੇ ਜਿਹੜੇ MD ਆ ਯਸ਼ਵੇਜ ਦੇ ਉਹ ਰਮੇਸ਼ ਪਟੇਲ ਜੀ ਆ। ਠੀਕ ਹੈ ਜੀ, ਇਹ ਸ਼ਖਸੀਅਤ ਹੈ ਜਿਹੜੀ ਅਪੋਲੋ ਨੋਨੀ ਗਰੁੱਪ ਦੇ ਜਿਹੜਾ ਯੂਨਿਟ ਹੈ ਉਹਦੇ ਵਿੱਚ ਤੀਜੇ ਹਿੱਸੇ ਦੇ ਪਾਰਟਨਰ ਹੈ। ਇਹਨਾਂ ਨੇ ਆਪਣੇ ਬੇਟੇ ਦੇ ਨਾਮ ਤੋਂ ਇਹ ਕਨਸੈਪਟ ਸ਼ੁਰੂ ਕੀਤਾ। ਉਹਨਾਂ ਦੇ ਬੇਟੇ ਦਾ ਨਾਮ ਯਸ਼ ਹੈ। ਉਸੇ ਕਨਸੈਪਟ ਨੂੰ ਇਹਨਾਂ ਨੇ ਕੈਰੀ ਉਹਨਾਂ ਨਾਮ ਦੇ ਨਾਂ ਤੇ ਰੱਖਿਆ ਯਸ਼ਵੇਜ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ। ਜੇ ਮੰਨ ਲਓ ਕਿ ਅਪੋਲੋ ਨੋਨੀ ਗਰੁੱਪ ਦੇ ਤੀਜੇ ਹਿੱਸੇ ਦੇ ਪਾਰਟਨਰ ਹੈ ਯਸ਼ਵੇਜ ਦੀ ਜਿਹੜੀ ਮੈਨੂਫੈਕਚਰਿੰਗ ਹੈ, ਮਤਲਬ ਇਹ ਇਹਨਾਂ ਦੀ ਆਪ ਦੀ ਹੈ, ਖੁਦ ਦੀ ਮੈਨੂਫੈਕਚਰਿੰਗ ਹੈ। 17 ਤੋਂ 18 ਸਾਲ ਪੁਰਾਣਾ ਪ੍ਰੋਡਕਟ ਹੈ ਔਰ ਇੱਥੇ MLM ਦੇ ਵਿੱਚ ਕਈ ਕੰਪਨੀਆਂ ਨੇ ਇਹ ਪ੍ਰੋਡਕਟ ਬਣਾ ਕੇ ਦੇ ਰਹੇ ਆ ਔਰ 17 ਕੰਟਰੀਆਂ ਦੇ ਵਿੱਚ ਐਕਸਪੋਰਟ ਵੀ ਕਰ ਰਹੇ ਆ। ਮਤਲਬ ਕਿ ਵਰਲਡ ਵਾਈਡ ਜਿਹੜਾ ਹੈਗਾ ਪ੍ਰੋਡਕਟ ਜਿਹੜਾ ਹੈਗਾ ਜਾਂਦਾ। ਔਰ ਇਸ ਦਾ ਜਿਹੜਾ ਪਲਾਨ ਹੈਗਾ ਇਹਦੇ ਵਿੱਚ ਮੰਨ ਲਓ ਆਪਾਂ ਜੁਆਇਨਿੰਗ ਕਰਨੀ ਹੈ, ਉਹ ਫ੍ਰੀ ਆਫ ਕਾਸਟ ਹੋ ਜਾਂਦੀ ਹੈ। ਪਰ ਫ੍ਰੀ ਆਫ ਕਾਸਟ ਦੇ ਵਿੱਚ ਆਪਾਂ ਕੁਝ ਵੀ ਅਰਨਿੰਗ ਨਹੀਂ ਕਰ ਸਕਦੇ। ਆਪਾਂ ਡੰਮੀ ਹੈ, ਮਤਲਬ ਕਿ ਜਿਵੇਂ ਆਪਾਂ ਕੁਝ ਦੇਖਣ ਜਾਂਦੇ ਹਾਂ, ਮੰਨ ਲਓ ਕੋਈ ਮੇਲਾ ਲੱਗਿਆ ਹੈਗਾ, ਉਹਨੂੰ ਆਪਾਂ ਫ੍ਰੀ 'ਚ ਦੇਖ ਕੇ ਆਪਾਂ ਨੂੰ ਕੁਝ ਮਿਲਦਾ ਤਾਂ ਹੈ ਨਹੀਂ, ਕਿ ਬਸ ਨੌਲੇਜ ਮਿਲ ਜਾਂਦੀ ਹੈ। ਨੌਲੇਜ ਲੈ ਕੇ ਜੇ ਜਾਣਾ ਗਾ ਤਾਂ ਫਿਰ ਗੱਲ ਵੱਖਰੀ ਹੈ, ਫਿਰ ਜੁਆਇਨਿੰਗ ਲੱਗ ਜਾਂਦੀ ਫ੍ਰੀ ਆਫ ਕਾਸਟ। ਪਰ ਜੇ ਸਿਸਟਮ ਦੇ ਵਿੱਚ ਐਂਟਰ ਹੋਣਾ ਫਿਰ ਆਪਾਂ ਨੂੰ 4 ਤਰ੍ਹਾਂ ਦੀ ਇਹਦੇ ਵਿੱਚ ਹੈਗੀ ਆਪਣੀ ਜੁਆਇਨਿੰਗ ਹੈ, ਉਹ ਆਪਾਂ ਕਰ ਸਕਦੇ ਹਾਂ। ਉਹ ਤੁਹਾਨੂੰ ਮੈਂ ਦੱਸ ਦਿੰਦਾ। ਪਹਿਲੀ ਆਈਡੀ ਜਿਹੜੀ ਆਪਣੀ ਸਿਲਵਰ ਹੈ ਉਹ 250 PB ਦੇ ਨਾਲ ਆਪਣੀ ਐਕਟਿਵ ਹੋ ਜਾਂਦੀ ਹੈ, ਜਿਸ ਦੇ ਉੱਤੇ ਆਪਾਂ ਨੂੰ 1200 ਰੁਪਏ ਤੋਂ ਲੈ ਕੇ 1500 ਰੁਪਏ ਦਾ ਸਮਾਨ ਪਰਚੇਜ਼ ਕਰਨਾ ਪੈਂਦਾ ਔਰ ਆਪਾਂ ਇੱਥੇ ਡੇਲੀ ਦਾ 1000 ਰੁਪਇਆ ਕਮਾ ਸਕਦੇ ਹਾਂ। ਦੂਸਰੀ ਆਈਡੀ ਹੈਗੀ ਹੈ 골ਡ, 500 PB ਨਾਲ ਐਕਟਿਵ ਹੋ ਜਾਂਦੀ ਹੈ, ਜਿਸ ਵਿੱਚ ਆਪਾਂ ਨੂੰ 2400 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦਾ ਸਮਾਨ ਪਰਚੇਜ਼ ਕਰਨਾ ਪੈਂਦਾ। ਆਪਾਂ ਡੇਲੀ ਦਾ 2000 ਰੁਪਇਆ ਕਮਾ ਸਕਦੇ ਹਾਂ। ਤੀਸਰੀ ਆਈਡੀ ਹੈਗੀ ਪਲੈਟੀਨਮ, 750 PB ਦਾ ਸਮਾਨ ਪਰਚੇਜ਼ ਕਰਨਾ ਆਪਾਂ 3600 ਰੁਪਏ ਤੋਂ ਲੈ ਕੇ 4500 ਤੱਕ ਦਾ ਆਪਾਂ ਸਮਾਨ ਪਰਚੇਜ਼ ਕਰਨਾ ਹੈ। ਡੇਲੀ ਦਾ 3000 ਰੁਪਇਆ ਆਪਾਂ ਕਮਾ ਸਕਦੇ ਹਾਂ। ਲਾਸਟ ਆਈਡੀ ਡਾਇਮੰਡ ਹੈ, ਜੋ ਆਪਾਂ ਕਰੀ ਜਾ ਰਹੇ ਸੀ ਵੀ ਡਾਇਮੰਡ ਬਣਨਾ ਹੈ, ਵੀ ਆਹ ਉਹ ਆਈਡੀ ਹੈ। 1000 PB ਤੋਂ ਆਪਣੀ ਇਹ ਐਕਟਿਵ ਹੋ ਜਾਂਦੀ ਹੈ। 4000 ਰੁਪਏ ਤੋਂ ਲੈ ਕੇ 6000 ਰੁਪਏ ਤੱਕ ਇਹ ਐਕਟੀਵੇਸ਼ਨ ਹੋ ਜਾਂਦੀ ਹੈ। ਡੇਲੀ ਦਾ ਆਪਾਂ 4000 ਰੁਪਇਆ ਕਮਾ ਸਕਦੇ ਹਾਂ। ਇਹ ਤਾਂ ਹੋ ਗਿਆ ਆਪਣਾ ਜੁਆਇਨਿੰਗ ਸਿਸਟਮ। ਇਹਦੇ ਵਿੱਚ 4 ਤਰ੍ਹਾਂ ਦੀ ਜੁਆਇਨਿੰਗ ਹੈ। ਆਪਾਂ ਕਿਸੇ ਵੀ ਜਰੀਏ ਆ ਸਕਦੇ, ਜਿਵੇਂ ਮੰਨ ਲਓ ਕਿਸੇ ਕੋਲ ਘੱਟ ਪੈਸਾ ਹੈਗਾ, ਮੰਨ ਲਓ ਕੋਈ ਮਜ਼ਦੂਰੀ ਕਰਦਾ ਹੈਗਾ ਬੰਦਾ, ਉਹਦੇ ਕੋਲ ਪਰ ਕੰਮ ਕਰਨ ਦਾ ਚਾਹ ਬਣਾ, ਉਹ ਆਪਣੀ ਐਂਟਰੀ ਲੈਣਾ ਚਾਹੁੰਦਾ, ਉਹ ਸਿਲਵਰ ਤੋਂ ਆ ਸਕਦਾ। ਜੇ ਕੋਈ ਬਿਜ਼ਨਸ ਮਾਈਂਡਡ ਬੰਦਾ ਹੈਗਾ ਕਹਿੰਦਾ ਕਿ ਮੈਂ ਫੁੱਲ ਟਾਈਮ ਨਹੀਂ ਕਰਨਾ, ਉਹਨੂੰ ਇਸ ਡਾਇਮੰਡ ਦੇ ਨਾਲ ਸ਼ੁਰੂ ਕਰਨਾ ਹੈ, ਕਿਉਂਕਿ ਇਹ ਪਹਿਲੀਆਂ 3 ਆਈਡੀਆਂ ਤੇ ਸਿਰਫ ਇੱਕ ਹੀ ਇਨਕਮ ਹੁੰਦੀ ਹੈ, ਉਹ ਆਪਣੀ ਮੈਚਿੰਗ ਬੋਨਸ। ਡਾਇਮੰਡ ਦੇ ਉੱਤੇ 3 ਤਰ੍ਹਾਂ ਦੀ ਇਨਕਮ ਹੁੰਦੀ ਹੈ, ਉਹ ਆਪਾਂ ਐਕਸਪਲੇਨ ਕਰ ਲੈਂਦੇ। ਇਹਦੇ ਵਿੱਚ ਤਾਂ ਨਹੀਂ ਕੋਈ ਸਵਾਲ ਹੈ। 4 ਤਰ੍ਹਾਂ ਦੀ ਆਹ ਇਨਕਮ ਹੈ, ਜੁਆਇਨਿੰਗ ਹੈ। ਇਹਦੇ ਵਿੱਚ ਆਹ ਜਿਹੜੇ ਹੈਗੇ ਸਿਲਵਰ 250 PB ਨਾਲ ਐਕਟਿਵ ਹੋ ਜਾਂਦੀ, 1200 ਤੋਂ ਲੈ ਕੇ 1500 ਰੁਪਏ ਤੱਕ ਐਕਟਿਵ ਹੈ। 1000 ਰੁਪਇਆ ਡੇਲੀ ਦਾ, 30000 ਰੁਪਇਆ ਮਹੀਨਾ ਕਮਾ ਸਕਦੇ ਹੋ। ਠੀਕ ਹੈ ਜੀ। 골ਡ ਦੇ ਵਿੱਚ 500 PB 2400 ਤੋਂ ਲੈ ਕੇ 3000 ਰੁਪਏ ਤੱਕ ਪਰਚੇਜ਼ ਕਰਨੀ ਆ ਆਪਾਂ, ਜਿਹੜਾ ਵੀ ਮਰਜ਼ੀ ਸਮਾਨ ਪਰਚੇਜ਼ ਕਰ ਲਓ। 2000 ਰੁਪਏ ਡੇਲੀ, 60000 ਰੁਪਇਆ ਮਹੀਨਾ ਕਮਾ ਸਕਦੇ ਹਾਂ। ਪਲੈਟੀਨਮ ਆਈਡੀ ਹੈ, 750 PB ਨਾਲ ਹੈ, 3600 ਰੁਪਏ ਤੋਂ ਲੈ ਕੇ 4500 ਰੁਪਏ ਤੱਕ 3000 ਰੁਪਏ ਮਹੀਨਾ, 90000 ਰੁਪਇਆ ਕਮਾ ਸਕਦੇ ਹਾਂ। ਡਾਇਮੰਡ ਆਈਡੀ ਹੈ ਜਿਹੜੀ ਆਪਣੀ 1000 PB ਨਾਲ ਐਕਟਿਵ ਹੁੰਦੀ ਹੈ, ਇਦੋਂ ਵੱਡੀ ਆਈਡੀ ਨਹੀਂ ਲੱਗਦੀ।
4000 ਰੁਪਏ ਤੋਂ ਲੈ ਕੇ 6000 ਰੁਪਏ ਦੇ ਵਿੱਚ ਐਕਟੀਵੇਸ਼ਨ ਹੋ ਜਾਂਦੀ। 4000 ਰੁਪਏ ਡੇਲੀ ਦਾ 1,20,000 ਰੁਪਏ ਆਪਾਂ ਕਮਾ ਸਕਦੇ ਹਾਂ ਇਹਦੇ ਵਿੱਚ। ਜਿਹੜਾ ਆਪਣਾ ਬਿਜ਼ਨਸ ਵਰਕ ਕਰਦਾ ਉਹ ਟੋਟਲ ਜਿਹੜਾ ਹੈਗਾ ਪ੍ਰੋਡਕਟਾਂ ਦੇ ਪੀਵੀ ਤੇ ਕਰਦਾ, ਪ੍ਰੋਡਕਟ ਵੈਲਿਊ ਤੇ ਕਰਦਾ। ਜਿਵੇਂ ਮੰਨ ਲਓ ਇੱਕ ਨੋਨੀ ਆਪਣੀ 1200 ਤੇ 1350 ਰੁਪਏ ਦੀ ਹੈ, ਉਹਦੇ ਪੀਵੀ ਹੈਗੇ 240। ਇਸ 240 ਪੀਵੀ ਨੂੰ ਕੈਲਕੂਲੇਟ ਕਰਕੇ ਕੰਪਨੀ ਨੇ ਵੰਡਣਾ। ਠੀਕ ਹੈ ਜੀ। ਟੋਟਲ ਜਿਹੜਾ ਬਿਜ਼ਨਸ ਹੈਗਾ ਪ੍ਰੋਡਕਟ ਬੇਸ ਹੈ, ਪੀਵੀ ਬੇਸ ਪਲਾਨ ਹੈ ਸਾਡਾ। ਪਹਿਲੀ ਇਨਕਮ ਜਿਹੜੀ ਇਹਦੇ ਵਿੱਚ ਹੈਗੀ ਉਹ ਹੈਗੀ ਆ ਮੈਚਿੰਗ ਬੋਨਸ। ਮੰਨ ਲਓ ਕਿ ਤੁਸੀਂ ਇਹ ਜੁਆਇਨਿੰਗ ਕਰਦੇ ਹੋ 1000 ਪੀਵੀ ਦੇ ਨਾਲ। ਕੰਪਨੀ ਦੀ ਕੀ ਕੰਡੀਸ਼ਨ ਹੈ, ਪਹਿਲਾਂ ਕਿ ਤੁਸੀਂ ਇੰਟਰੋਡਿਊਸ ਕਰੋ ਨਾ 2 ਲੋਕਾਂ ਨੂੰ। ਮੰਨ ਲਓ ਕਿ ਤੁਸੀਂ ਆਪਦਾ A ਔਰ B ਕੰਪਲੀਟ ਕਰ ਦਿੰਦੇ ਹੋ, ਇਹ ਵੀ ਤੁਹਾਡਾ 1000 ਪੀਵੀ ਦੇ ਨਾਲ ਇੰਟਰੋਡਿਊਸ ਹੋ ਜਾਂਦਾ, ਇਹ ਵੀ ਤੁਹਾਡਾ 1000 ਪੀਵੀ ਦੇ ਨਾਲ ਇੰਟਰੋਡਿਊਸ ਹੋ ਜਾਂਦਾ। ਹੁਣ ਪੀਵੀ ਹੈ ਜਿਹੜਾ ਇਹ ਆਪਣੀ ਲੈਫਟ ਸਾਈਡ ਹੈ, ਇਹ ਆਪਣੀ ਰਾਈਟ ਸਾਈਡ ਹੈ। ਜਦੋਂ ਆਪਣੇ ਲੈਫਟ ਔਰ ਰਾਈਟ ਮੈਚ ਹੋ ਗਏ, 1000 ਪੀਵੀ ਆਪਣੇ ਲੈਫਟ 'ਚ ਆ ਗਿਆ, 1000 ਰਾਈਟ 'ਚ ਆ ਗਿਆ, ਇਹ ਮੈਚ ਹੋ ਗਿਆ। ਇਹ ਆਪਾਂ ਨੂੰ 1000 ਰੁਪਈਆ ਇਹਦਾ ਹਰ ਮੰਗਲਵਾਰ ਖਾਤੇ ਦੇ ਵਿੱਚ ਆਊਗਾ ਜਿੰਨੇ ਮੈਚ ਹੋਣਗੇ। ਇਹ 1000 ਹੋ ਗਿਆ, ਇਹ ਕੰਪਲੀਟ ਹੋ ਗਿਆ, ਇਹ ਵਾਸ਼ ਹੋ ਜੂਗਾ। ਜਦੋਂ ਅਗਲੇ ਮੈਚ ਹੋਣਗੇ ਉਹ ਆਪਾਂ ਨੂੰ ਜਿਵੇਂ ਜਿਵੇਂ ਮੈਚ ਹੋਈ ਜਾਣਗੇ ਉਹ ਮਿਲੀ ਜਾਣਗੇ। ਹੁਣ ਤੁਸੀਂ ਇਹ 2 ਬੰਦਿਆਂ ਨੂੰ ਲੈ ਕੇ ਆਏ, ਮੰਨ ਲਓ ਕਿ ਆਪਾਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਹੋ, ਚਾਹੇ ਰੇਹੜੀ ਲਾਉਂਦੇ ਆਪਾਂ ਨੂੰ ਕਿੰਨੇ ਕੁ ਪੈਸੇ ਚਾਹੀਦੇ ਉਹਦੇ? 30 ਤੋਂ 35,000 ਰੁਪਏ ਚਾਹੀਦਾ। ਉਹਦੇ ਵਿੱਚ ਆਪਾਂ ਕਮਾ ਕਿੰਨਾ ਸਕਦੇ ਡੇਲੀ ਦਾ? 250-300 ਚਲੋ 500-700 ਵੀ ਕਮਾ ਸਕਦੇ। 30,000 ਰੁਪਇਆ ਲਾ ਕੇ ਜੇ 500-700 ਕਮਾ ਸਕਦੇ ਆ। ਉੱਥੇ ਇਨਵੈਸਟਮੈਂਟ ਪੈਸੇ ਦੀ ਨਹੀਂ, ਇੱਥੇ ਵੀ ਕਦੀ ਪੈਸੇ ਦੀ ਨਹੀਂ, ਟਾਈਮ ਦੀ ਇਨਵੈਸਟਮੈਂਟ ਵੀ ਹੈ। ਇਹ ਪਾਰਟ ਟਾਈਮ ਆ, ਜਿਹਨੇ ਫੁੱਲ ਟਾਈਮ ਕਰਨਾ ਫੁੱਲ ਟਾਈਮ ਵੀ ਕਰ ਸਕਦਾ, ਉਨੀ ਜ਼ਿਆਦਾ ਅਰਨਿੰਗ ਕਰ ਸਕਦਾ। ਉੱਥੇ ਇਨਵੈਸਟਮੈਂਟ ਕਿੰਨੀ ਹੈ ਟਾਈਮ ਦੀ? ਰੇਹੜੀ ਵਾਲੇ ਦੀ ਘੱਟੋ ਘੱਟ ਦੀ 10 ਘੰਟੇ ਦੀ ਇਨਵੈਸਟਮੈਂਟ ਟਾਈਮ ਦੀ, ਦੁਕਾਨਦਾਰ ਦੀ 12 ਘੰਟੇ ਹੋਊਗੀ। ਟੈਨਸ਼ਨ ਨਾ ਲੱਗ ਪਓ। ਮੰਨ ਲਓ ਇੱਕ ਬੰਦਾ ਦੁਕਾਨਦਾਰ ਜੇ 3 ਲੱਖ ਰੁਪਇਆ ਲਾ ਕੇ 12 ਘੰਟੇ ਦੀ ਆਪਦੀ ਟਾਈਮ ਦੀ ਇਨਵੈਸਟਮੈਂਟ ਦੇ ਕੇ 3 ਲੱਖ ਰੁਪਇਆ ਲਾ ਕੇ ਜੇ 1000 ਤੋਂ 1500 ਰੁਪਇਆ ਕਮਾਉਂਦਾ ਤੇ ਮੈਂ ਕਹਿੰਦਾ ਜੀ ਕੁਛ ਨਹੀਂ ਕਮਾਉਂਦਾ। ਜੇ ਉਹਦੀ ਦੁਕਾਨ ਤੇ ਜਾਂ ਕੋਈ ਇੰਸ਼ੋਰੈਂਸ ਨਹੀਂ ਹੋਇਆ, ਖੁਦਾ ਨਾ ਖਾਸਤਾ ਕੋਈ ਇੰਸੀਡੈਂਟ ਹੋ ਜਾਂਦਾ, ਅੱਗ ਲੱਗ ਜਾਂਦੀ ਹੈ, ਤਾਂ ਸਰਕਾਰ ਨੂੰ ਕੁਛ ਨਹੀਂ। ਠੀਕ ਹੈ ਜੀ। ਇੱਥੇ ਆਪਾਂ ਬਿਜ਼ਨਸ ਸ਼ੁਰੂ ਕਰਨ ਵਾਸਤੇ ਜੇ ਮੰਨ ਲਓ ਇੱਕ ਆਈਡੀ ਤੇ ਆਪਾਂ ਇੱਕ ਨਾਮ ਦੇ ਉੱਤੇ 3 ਆਈਡੀਆਂ ਲਾ ਸਕਦੇ ਹਾਂ। ਮਤਲਬ ਕਿ ਆਹ 3 ਆਈਡੀਆਂ ਆਪਣੀਆਂ ਹੀ ਹੋ ਸਕਦੀਆਂ ਜੇ ਬਿਜ਼ਨਸ ਨੂੰ ਆਪਾਂ ਵੱਡੇ ਵਿਜ਼ਨ ਨਾਲ ਕਰਨਾ ਚਾਹੁੰਦੇ ਹਾਂ। ਮੰਨ ਲਓ ਇੱਕ ਆਈਡੀ ਤੇ ਆਪਣਾ 5000 ਰੁਪਇਆ ਲੱਗਦਾ। ਠੀਕ ਹੈ ਜੀ। 5000 3 ਆਈਡੀਆਂ ਤੇ ਕਿੰਨਾ ਲੱਗੇ ਜੀ? 15,000। ਹੁਣ ਆਪਾਂ ਨੂੰ ਉੱਥੇ ਇੱਕ ਆਈਡੀ ਤੇ ਆਪਾਂ 1,20,000 ਕਮਾਉਣ ਦਾ ਮੌਕਾ ਸੀ, ਇੱਥੇ ਆਪਾਂ ਨੂੰ 3,60,000 ਰੁਪਇਆ ਕਮਾਉਣ ਦਾ ਮੌਕਾ ਬਣ ਜਾਂਦਾ। ਠੀਕ ਹੈ ਜੀ। ਪਰ ਇਹ ਗੱਲਾਂ ਨਾਲ ਨਹੀਂ ਹੋਣਾ। ਜਿਵੇਂ ਇਨਵੈਸਟਮੈਂਟ ਟਾਈਮ ਦੀ ਉਹ ਰੇਹੜੀ ਵਾਲਾ ਕਰਦਾ ਔਰ ਉਹ ਦੁਕਾਨਦਾਰ ਕਰਦਾ, ਉਸੇ ਤਰ੍ਹਾਂ ਦੀ ਇਨਵੈਸਟਮੈਂਟ ਟਾਈਮ ਇੱਥੇ ਭਾਲਦਾ। ਠੀਕ ਹੈ ਜੀ। ਆਪਾਂ 2 ਬੰਦੇ ਨੂੰ ਇੰਟਰੋਡਿਊਸ ਕੀਤਾ, ਇਹਨਾਂ ਨੂੰ ਪ੍ਰੋਪਰ ਆਪਾਂ ਉਸੇ ਤਰ੍ਹਾਂ ਕਰਨਾ ਜੋ ਆਪਾਂ ਇਹਨੇ ਸਿੱਖੇ ਹੈਗੇ, ਇਹਨਾਂ ਨੂੰ ਸਿਖਾਏ ਨਾ। 2 ਲੋਕਾਂ ਨੇ ਇੰਟਰੋਡਿਊਸ ਜਦੋਂ ਹੀ ਕੀਤਾ ਨਾ, 2 ਲੋਕਾਂ ਨੂੰ, ਇਹਨਾਂ ਦੇ ਵੀ ਉਸੇ ਤਰ੍ਹਾਂ ਲੈਫਟ ਰਾਈਟ ਦੇ ਵਿੱਚ ਇੱਕ ਬੰਦਾ ਆ ਗਿਆ, ਇਹਨਾਂ ਨੂੰ ਉਸੇ ਤਰ੍ਹਾਂ 1000 ਰੁਪਇਆ ਇਹਨਾਂ ਦਾ ਹੋਊਗਾ। ਠੀਕ ਹੈ ਜੀ। ਇਹਨਾਂ ਵਾਲੇ ਬੰਦੇ ਆਪਣੇ 'ਚ ਨਹੀਂ ਗਿਣੇ ਜਾਣਗੇ ਜਿਹੜੇ ਹੋਣਗੇ ਰਾਇਲਟੀ ਦੇ। ਤੁਹਾਡੇ ਕੋਲ ਕੋਈ ਤੀਜਾ ਬੰਦਾ ਹੁੰਦਾ, ਤੁਸੀਂ ਆਪਦੀ ਆਈਡੀ ਤੇ ਸਪਾਂਸਰ ਕੀਤਾ, ਲੈਫਟ ਜਾਂ ਰਾਈਟ ਕੀਤਾ, ਉਹ 1000 ਰੁਪਏ ਦਾ ਸਭ ਦੇ ਥੱਲੇ ਚਲਾ ਜਾਊਗਾ। ਮੰਨ ਲਓ ਕਿ 4 ਬੰਦੇ ਸੰਧ 'ਚ ਆ ਗਏ, ਤੁਸੀਂ 1000 ਰੁਪਏ ਦਾ ਤੁਹਾਡੇ ਕੋਲ 3-4 ਦਿਨ ਬਾਅਦ ਆਇਆ, ਇਸ ਬੰਦੇ ਨੂੰ ਵੀ 1000 ਰੁਪਏ ਦਾ ਫਾਇਦਾ ਹੋਊਗਾ, ਇਸ ਬੰਦੇ ਨੂੰ ਵੀ 1000 ਰੁਪਏ ਦਾ ਫਾਇਦਾ ਹੋਊਗਾ, ਔਰ ਤੁਹਾਨੂੰ ਵੀ ਹੋਊਗਾ ਮੈਚਿੰਗ ਦਾ ਵੀ। ਔਰ ਤੀਜਾ ਬੰਦਾ ਤੁਹਾਡਾ ਜਿਹੜਾ ਹੈਗਾ ਰਾਇਲਟੀ ਦੇ ਵਿੱਚ ਗਿਣਿਆ ਜਾਊਗਾ। ਜਦੋਂ ਤੁਸੀਂ ਇਸੇ ਤਰ੍ਹਾਂ ਕਰਦੇ 11 ਬੰਦੇ ਆਪਦੀ ਆਈਡੀ ਤੋਂ ਸਪਾਂਸਰ ਕਰਦੇ। ਠੀਕ ਹੈ ਜੀ। ਤੁਸੀਂ ਕੰਪਨੀ ਟਰਨਓਵਰ ਦੇ ਵਿੱਚੋਂ 10% ਜਿਹੜਾ ਹੈਗਾ ਹਿੱਸੇਦਾਰ ਹੋ ਜਾਓਗੇ, ਜਿੰਨੇ ਵੀ ਰਾਇਲਟੀ ਚੀਜ਼ਾਂ ਕੰਪਨੀ ਦੇ ਹੋਣਗੇ। ਹੁਣ ਕੰਪਨੀ ਆਪਦੀ ਟੋਟਲ ਟਰਨਓਵਰ ਦਾ 10% ਕੱਢ ਲੈਂਦੀ ਹੈ। ਉਹਦੇ ਵਿੱਚ ਜਿੰਨੇ ਵੀ ਰਾਇਲਟੀ ਚੀਜ਼ ਹੁੰਦੇ ਆ, ਇਸ ਟਾਈਮ ਕੰਪਨੀ ਦੇ ਕੋਲ 4000 ਰਾਇਲਟੀ ਚੀਜ਼ ਹੈ। ਜੇ ਮੰਨ ਲਓ ਕਿ 10 ਲੱਖ ਹੁੰਦਾ ਤਾਂ 10 ਲੱਖ ਨੂੰ
4000 ਬੰਦੇ ਦੇ ਵੰਡ ਦਿੰਦੇ ਆ। ਠੀਕ ਹੈ ਜੀ। ਇਹ ਰੋਇਲਟੀ ਹੈਗੀ ਆਪਣੀ 700 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਮੇਰੀ ਆਪਦੀ ਲਾਈਫ ਜਿਹੜੀ ਹੁੰਦੀ ਹੈ ਇਹ ਹੋ ਜਾਂਦਾ। 700 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਇਹ ਆਉਂਦੀ ਹੈ। ਪਰ ਇਹ ਵਾਲੀ ਜਿਹੜੀ ਹੈਗੀ ਆਪਾਂ ਨੂੰ ਲਾਈਫ ਟਾਈਮ ਹੋਊਗੀ। ਟਾਰਗੇਟ ਆਪਾਂ ਨੂੰ ਕੀ ਹੈ? ਕੁਛ ਵੀ ਨਹੀਂਗਾ। 11 ਬੰਦੇ ਜੈਸੇ ਜਿਵੇਂ ਜਿਵੇਂ ਆਪਾਂ ਨੂੰ ਮਿਲਦੇ ਰਹਿਣਗੇ ਆਪਾਂ ਆਪਦੀ ਆਈਡੀ ਤੋਂ ਸਪਾਂਸਰ ਕਰਕੇ ਡਾਇਮੰਡ ਕਰਨੇ। 11 ਬੰਦੇ ਜਦੋਂ ਡਾਇਮੰਡ ਹੋ ਗਏ ਆਪਾਂ ਰਾਇਲਟੀ ਅਚੀਵਰ ਹੋ ਜਾਵਾਂਗੇ। ਆਪਾਂ ਨੂੰ ਇਹ ਜਿਹੜੀ ਇਨਕਮ ਲਾਈਫ ਟਾਈਮ ਵਾਸਤੇ ਸ਼ੁਰੂ ਹੋ ਜੂਗੀ, ਜਿਹਨੂੰ ਆਪਾਂ ਪੈਨਸ਼ਨ ਬੋਲ ਸਕਦੇ ਹਾਂ। ਵੀ 700 ਰੁਪਏ ਦੀ ਪੈਨਸ਼ਨ ਲੈਣ ਵਾਸਤੇ ਜਿਹੜੇ ਆਪਣੇ ਬਜ਼ੁਰਗ ਹੈ ਲੈਣਾ ਦੇ ਵਿੱਚ ਲੱਗੇ ਹੁੰਦੇ ਬੈਂਕ ਦੇ ਵਿੱਚ 700 ਰੁਪਏ ਦੀ ਕੀਮਤ ਉਹਨਾਂ ਨੂੰ ਪੁੱਛ ਸਕਦੇ ਆਪਣੇ ਵਾਸਤੇ ਕੁਛ ਵੀ ਨਹੀਂ। ਜਿਵੇਂ ਜਿਵੇਂ ਇਹ ਰਾਇਲਟੀ ਵਧਣੀ ਹੈ, ਘਟਣੀ ਨਹੀਂ ਗੀ। ਜਿਵੇਂ ਜਿਵੇਂ ਇਹ ਵਧੂਗੀ ਇਹ ਲਾਈਫ ਟਾਈਮ ਆਪਾਂ ਨੂੰ ਮਿਲਦੀ ਰਹੂਗੀ। ਆਪਾਂ ਕੰਮ ਕੀ ਕੀਤਾ ਸੀਗਾ? 11000 ਪੀਵੀ ਦਾ ਕੰਮ ਆਪਦੇ ਨਾਮ ਦੇ ਵਿੱਚ ਕਰਵਾਇਆ ਔਰ ਇੱਥੇ ਕੋਈ ਟਾਈਮ ਬਾਉਂਡਿੰਗ ਨਹੀਂ ਗੀ। ਮਤਲਬ ਕਿ 1 ਮਹੀਨੇ 'ਚ ਕਰਨਾ, ਤੁਸੀਂ ਆਪਦੀ ਲਾਈਫ ਦੇ ਕਿਸੇ ਵੀ ਟਾਈਮ ਦੇ ਵਿੱਚ ਇਹ ਪੂਰਾ ਕਰ। ਅੱਜ ਜੁਆਇਨਿੰਗ ਕਰ ਲਈ, 1 ਸਾਲ 'ਚ ਕਰ ਦਿਓ, 2 ਸਾਲ 'ਚ ਕਰ ਦਿਓ, 3 ਸਾਲ 'ਚ ਕਰ ਦਿਓ। ਪਰ ਜਿਹਨੂੰ ਕੰਮ ਦੀ ਖਿੱਚ ਹੈ ਉਹ 1 ਹਫ਼ਤੇ 'ਚ ਕਰ ਦਿੰਦਾ ਕਿ ਕੰਮ ਬਹੁਤ ਸੌਖਾ। ਕਈ ਕੰਪਨੀਆਂ ਦੀ 50-50 ਰੁਪਏ ਦੀ ਸਿੰਗਲ ਜੁਆਇਨਿੰਗ ਹੈ, ਜਿਹਦੇ ਵਿੱਚ ਆਪ ਜੁਆਇਨ ਹੁੰਦੇ ਆ 50,000 ਰੁਪਏ ਦੇ ਵਿੱਚ ਟਾਰਗੇਟ ਪੂਰਾ ਹੋ ਗਿਆ। ਠੀਕ ਹੈ ਜੀ। ਪਰ ਇਸ ਇਨਕਮ ਨੂੰ ਲੈਣ ਵਾਸਤੇ, ਰਾਇਲਟੀ ਨੂੰ ਲੈਣ ਵਾਸਤੇ ਕੰਪਨੀ ਨੇ ਇੱਕ ਕੰਡੀਸ਼ਨ ਵੀ ਰੱਖੀ ਹੈ, ਕਿਉਂਕਿ ਹਰ ਕੋਈ ਬੰਦਾ ਸਕੀਮੀ ਹੈ, ਜਗਾੜੀ ਹੈ ਜੀ। ਉਹ ਕਹਿੰਦਾ ਵੀ 50,000 ਰੁਪਏ ਇੱਕ ਵਾਰੀ ਆਪਾਂ ਲਾ ਦਿੰਦੇ ਹਾਂ, 50,000 ਰੁਪਏ 'ਚ ਆਪਾਂ ਨੂੰ ਪ੍ਰੋਡਕਟ ਮਿਲ ਜਾਣੇ ਆ। 11,000 ਰੁਪਏ 'ਚ ਆਪਣੇ 5500 ਰੁਪਏ ਆਪਾਂ ਨੂੰ ਉਹਦੀ ਮੈਚਿੰਗ ਆ ਜਾਣੀ ਆ। ਲਾਈਫ ਟਾਈਮ ਆਪਾਂ ਨੂੰ ਉਹਦਾ 1000 ਰੁਪਏ ਤੋਂ ਲੈ ਕੇ 1500 ਰੁਪਏ ਇਹਨਾਂ ਆਪਾਂ ਨੂੰ ਹੋਰ ਕੀ ਚਾਹੀਦਾ? ਕੰਪਨੀ ਨੂੰ ਲੁੱਟ ਲਓ ਜਿੰਨਾ ਮਰਜ਼ੀ, ਕੰਪਨੀ ਦੇ ਹੀ ਨਹੀਂ ਸਕਦੀ। ਪਰ ਕੰਪਨੀ ਨੇ ਇੱਥੇ ਇੱਕ ਕੰਡੀਸ਼ਨ ਰੱਖੀ ਆ, ਆਪਾਂ ਨੂੰ ਆਪਦੀ ਮੇਨ ਆਈਡੀ ਦੇ ਉੱਤੇ 150 ਪੀਵੀ ਦਾ ਪ੍ਰੋਡਕਟ ਘਰੇ ਯੂਜ਼ ਕਰਨ ਵਾਸਤੇ ਪਰਚੇਜ਼ ਕਰਨਾ ਪਊਗਾ ਹਰ ਮਹੀਨੇ। 150 ਪੀਵੀ ਦਾ, ਜਿਹਦੀ ਕੀਮਤ 750 ਰੁਪਏ ਤੋਂ ਲੈ ਕੇ 850 ਰੁਪਏ ਦੇ ਵਿੱਚ ਹੋ ਜਾਂਦੀ ਹੈ। ਜਿਵੇਂ ਮੰਨ ਲਓ ਆਪਾਂ ਚਾਹ ਪੱਤੀ, ਪੇਸਟ, ਜੂਸ, ਨੋਨੀ ਦਾ ਜਾਂ ਕੁਛ ਇਹੋ ਜਿਹਾ ਆਪਣੀ ਜ਼ਿੰਦਗੀ 'ਚ ਲਿਆਉਂਦੇ ਤਾਂ ਆਪਾਂ ਨੂੰ ਪਰਚੇਜ਼ ਤਾਂ ਕਰਨਾ ਹੀ ਪੈਣਾ। ਜਦੋਂ ਆਪਣੀ ਰਾਇਲਟੀ ਹੋ ਗਈ, ਜੇ ਆਪਾਂ ਆਹ ਪਰਚੇਜ਼ ਕਰਦੇ ਆਪਾਂ ਨੂੰ ਫ੍ਰੀ ਆਫ ਕਾਸਟ ਹੋ ਗਿਆ। ਆਪਣੇ ਘਰੇ ਯੂਜ਼ ਕਰਨ ਵਾਲੀਆਂ ਚੀਜ਼ਾਂ, ਚਾਹੇ ਇਹਨੂੰ ਸੈਲ ਕਰ ਲਓ, ਐਸੀ ਗੱਲ ਨਹੀਂ ਕਿ ਘਰੇ ਯੂਜ਼ ਕਰਨਾ। ਤੁਸੀਂ ਸੇਲ ਕਰ ਲਓ, ਚਾਹੇ ਇਹਨੂੰ ਘਰੇ ਯੂਜ਼ ਕਰ ਲਓ, ਤੁਹਾਨੂੰ ਉਹ ਕੰਡੀਸ਼ਨ ਖੁੱਲ੍ਹ ਜੂਗੀ। ਤੁਹਾਡੀ ਜਿਹੜੀ ਵੀ ਕੰਪਨੀ ਦੇ ਕਰਨ ਉਹਦੇ ਵਿੱਚ ਰਾਇਲਟੀ ਬਣਿਆ ਕਰੂਗੀ, ਉਹ ਤੁਹਾਨੂੰ ਹਰ ਮਹੀਨੇ ਤੁਹਾਡੇ ਅਕਾਊਂਟ ਦੇ ਵਿੱਚ ਡਿਲੀਵਰ ਹੋ ਜਾਊਗਾ। ਠੀਕ ਹੈ। ਆਪਦੀ ਆਉਣ ਵਾਲੀ ਬੱਚਿਆਂ ਲਈ, ਉਹਨਾਂ ਦੇ ਬੱਚਿਆਂ ਲਈ ਸਾਰੀ ਉਮਰ ਹੀ ਲੰਘਦੀ ਹੈ। ਜਨਰੇਸ਼ਨ ਲਈ ਕੰਮ ਕਰਦਾ। ਜਨਰੇਸ਼ਨ ਚੰਗੀ ਨਿਕਲੇ, ਮਾੜੀ ਲੱਗੇ ਨਿਕਲੇ, ਉਹਦਾ ਹਜੇ ਪਤਾ ਨਹੀਂ ਹੁੰਦਾ, ਪਰ ਕੰਮ ਤਾਂ ਕਰਦਾ ਹੀ ਕਰਦਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੈ? ਕੰਪਨੀ ਜਿੰਨੇ ਤੁਸੀਂ ਆਪਦੀ ਆਈਡੀ ਤੋਂ ਸਪਾਂਸਰ ਕਰੋਗੇ ਉਹ ਇਸ ਗ੍ਰਾਫ ਦੇ ਵਿੱਚ ਸ਼ੋਅ ਕਰਨਗੇ। ਜਿੰਨੇ ਮਰਜ਼ੀ ਕਰ ਲਓ, ਚਾਹੇ 2 ਕਰ ਲਓ, ਚਾਹੇ 4 ਕਰ ਲਓ, ਚਾਹੇ 6 ਕਰ ਲਓ। 11 ਜਿਹਨੇ ਰਾਇਲਟੀ ਕਰਨੀ ਉਹਨੇ ਤਾਂ ਕਰਨੀ ਹੈ। ਉਹ 11 ਬੰਦੇ ਇਸ ਰੋ ਦੇ ਵਿੱਚ ਸ਼ੋਅ ਕਰਨਗੇ। ਇਹ ਜਿੰਨੇ ਵੀ ਬੰਦੇ ਤੁਹਾਡੀ ਆਈਡੀ ਤੋਂ ਸਪਾਂਸਰ ਹੋਣਗੇ ਇਹ ਤੁਹਾਡਾ ਪਹਿਲਾ ਲੈਵਲ ਹੈ। ਠੀਕ ਹੈ ਜੀ। ਹੁਣ ਇਹ ਬੰਦਿਆਂ ਨੇ ਤਾਂ ਇਨਕਮ ਲੈਣੀ, ਕੁਛ ਨਾ ਕੁਛ ਸਪਾਂਸਰ ਕਰਨਗੇ। ਠੀਕ ਹੈ ਜੀ। ਇਹਨਾਂ ਬੰਦਿਆਂ ਨੇ ਜਦੋਂ 2 ਬੰਦੇ ਸਪਾਂਸਰ ਕੀਤੇ ਜਾਂ 1 ਬੰਦਾ ਸਪਾਂਸਰ ਕੀਤਾ, ਠੀਕ ਹੈ ਜੀ, ਇਹ ਇਹਨਾਂ ਦਾ ਪਹਿਲਾ ਲੈਵਲ ਹੈ, ਤੁਹਾਡਾ ਇਹ ਸੈਕੰਡ ਲੈਵਲ ਹੈ। ਇਸੇ ਤਰ੍ਹਾਂ ਇਹਨੇ ਜਿੰਨੇ ਸਪਾਂਸਰ ਕੀਤੇ ਇਹ ਤੁਹਾਡਾ ਤੀਜਾ ਲੈਵਲ ਹੈ। ਕੰਪਨੀ ਨੇ ਇਸ ਤਰ੍ਹਾਂ 20 ਲੈਵਲਾਂ ਦੇ ਵਿੱਚ ਆਪਦੀ ਬਰਾਬਰ ਇਨਕਮ ਵੰਡੀ। ਨਹੀਂ ਤਾਂ ਆਮ ਕੰਪਨੀਆਂ ਦੇ ਵਿੱਚ ਕੀ ਹੁੰਦਾ ਜੀ? ਲੈਵਲ 7 ਹੀ ਹੁੰਦੇ ਆ। ਠੀਕ ਹੈ ਜੀ। ਪਹਿਲੇ ਲੈਵਲ ਦੇ ਵਿੱਚ 15% ਵੰਡਦੇ ਹੁੰਦੇ ਆ, ਦੂਜੇ ਲੈਵਲ ਦੇ ਵਿੱਚ ਟੀਮ ਥੋੜੀ ਜਿਹੀ ਵੱਡੀ ਹੋ ਜਾਂਦੀ ਆ ਤੇ 12% ਕਰ ਦਿੰਦੇ ਆ, ਫਿਰ ਟੀਮ ਵੱਡੀ ਹੁੰਦੀ ਹੈ 10% ਕਰ ਦਿੰਦੇ ਆ, 7ਵੇਂ ਲੈਵਲ ਦੇ ਵਿੱਚ ਜਾ ਕੇ 0.5 ਕਰ ਦਿੰਦੇ। ਮਤਲਬ ਕਿ ਦੇਣ ਦੇ ਮੂਡ 'ਚ ਕੁਛ ਨਹੀਂ ਹੁੰਦੇ। ਇਸ ਤਰ੍ਹਾਂ ਆਹ ਲੈਵਲ ਦੇ ਵਿੱਚ ਇਨਕਮ ਘਟਦੀ ਜਾਂਦੀ, ਜਿਵੇਂ ਜਿਵੇਂ ਟੀਮ ਵੱਧਦੀ ਜਾਊਗੀ ਤੇ ਆਪਣੀ ਇਨਕਮ ਘਟਦੀ ਜਾਂਦੀ ਹੈ। ਪਰ ਇਹਦੇ ਵਿੱਚ ਕੀ ਜਿੰਨਾ ਵੀ ਆਪਣਾ 20 ਲੈਵਲਾਂ ਦੀ ਇਨਕਮ ਵੰਡਣਗੇ ਇਹ ਇਕੁਅਲ ਵੰਡਣਗੇ। ਜਿਵੇਂ ਲਓ ਇਸ ਬੰਦੇ ਨੂੰ 1 ਰੁਪਿਆ ਆਊਗਾ ਤੇ 20ਵੇਂ ਲੈਵਲ ਵਾਲੇ ਨੂੰ ਵੀ 1 ਰੁਪਿਆ ਜਾਊਗਾ। ਹੁਣ ਇਹਦਾ ਕੈਲਕੂਲੇਸ਼ਨ ਕਰ ਲੈਂਦੇ ਆਪਾਂ ਜੀ। ਮੰਨ ਲਓ ਆਹ ਬੰਦੇ ਸੀਗੇ, ਤੁਸੀਂ 2 ਇੰਟਰੋਡਿਊਸ ਕੀਤੇ, ਠੀਕ ਹੈ ਜੀ, ਇਹ 2 ਸੀ, ਇਹਨਾਂ ਦੋਵਾਂ ਨੇ ਦਗਾ 2 ਕੀਤੇ, 4 ਹੋ ਗਏ, 4 ਨੇ ਕੀਤੇ 8 ਹੋ ਗਏ, 16 ਹੋ ਗਏ, 32 ਹੋ ਗਏ। 20 ਲੈਵਲਾਂ ਤੱਕ ਜਦੋਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਦੇ ਹਾਂ ਨਾ ਤੇ 20 ਲੱਖ ਲੋਕ ਹੋ ਜਾਂਦੇ। ਠੀਕ ਹੈ ਜੀ। ਹੁਣ ਮੰਨ ਲਓ ਕਿ ਡਾਇਮੰਡ ਐਂਟਰੀ ਦੇ ਆਪਣੇ ਨੀਚੇ 20 ਲੱਖ ਲੋਕ ਆ ਜਾਂਦੇ ਆ, ਯੂਜ਼ਰ ਬਣ ਜਾਂਦੇ ਆ ਆਪਣੇ। ਜਨਰੇਸ਼ਨ ਕੀ ਕਹਿੰਦੀ ਹੈ?
ਜਿਹੜਾ 1 ਪੀਵੀ ਆਪਣਾ ਮੈਚਿੰਗ ਦੇ ਵਿੱਚ 1 ਰੁਪਏ ਦਾ ਸੀਗਾ ਨਾ ਜੀ, ਉਹ ਜਨਰੇਸ਼ਨ ਦੇ ਵਿੱਚ 2.5 ਰੁਪਏ ਦਾ। ਹੁਣ ਆਪਾਂ ਐਕਸਪਲੋਰ ਕਰਨਾ, ਟੀਮ ਨਹੀਂ ਬਣਦੀ ਹੁੰਦੀ ਕਿ ਇੰਨੀ ਛੇਤੀ, ਤੇ 5 ਸਾਲ ਲੱਗ ਜਾਣ, 10 ਸਾਲ ਲੱਗ ਜਾਣ, ਟਾਈਮ ਲੱਗੂਗਾ ਹੀ ਲੱਗੂਗਾ, ਕਿਉਂਕਿ ਆਪਾਂ ਕੰਮ ਕਰਨਾ ਉਨੀ ਸ਼ਿੱਦਤ ਨਾਲ ਕੀਤਾ। ਜਿਵੇਂ ਦੁਕਾਨ ਤੇ ਆਪਾਂ ਟਾਈਮ ਦਿੰਦੇ, ਟਾਈਮ ਦੀ ਇਨਵੈਸਟਮੈਂਟ ਜ਼ਰੂਰੀ ਹੈ, ਪੈਸਾ ਤਾਂ ਹਰ ਕੋਈ ਲਾਉਂਦਾ। ਜਿਹਨੇ ਟਾਈਮ ਇਨਵੈਸਟ ਕੀਤਾ ਉਹੀ ਬੰਦਾ ਇਸ ਟਾਰਗੇਟ ਨੂੰ ਅਚੀਵ ਕਰੂਗਾ। ਮੰਨ ਲਓ ਕਿ ਤੁਸੀਂ ਇਸ ਬੰਦੇ ਸਾਰੇ 20 ਲੱਖ ਦੇ 20 ਲੱਖ ਬੰਦੇ ਜੁੜ ਗਏ ਆ, ਲਾਸਟ ਬੰਦਾ ਹੈਗਾ ਰਾਜ। ਇਹ ਬੰਦੇ ਨੇ ਆਪਦੀ ਆਈਡੀ ਡਾਇਮੰਡ ਕਰਕੇ ਰੀਪਰਚੇਜ ਕੀਤੀ ਹੈ ਸਿਰਫ ਆਪਣੀ ਪੇਸਟ 100 ਰੁਪਏ ਦੀ।